दुनिया भर ਵਿੱਚ ਪੰਜਾਬੀ ਬੋਲਣ ਔਰ ਸਮਝਣ ਵਾਲਿਆਂ ਦੋਸਤਾਂ ਨੂੰ अस्सलाम वालेकुम। मैं अलीस करताज। प्यारे दोस्तों, ਅੱਜ एक छोटा ਜਿਹਾ मैं ਤੁਹਾਡੇ ਨਾਲ एक वाक़या शेयर करांगा। ਤੁਹਾਨੂੰ पता है कि ਜਿਵੇਂ ਚੜ੍ਹਦੇ ਪੰਜਾਬ ਤੋਂ ਅਕਸਰ ਜਿਹੜੇ ਸਿੱਖ ਯਾਤਰੀ ਨੇ ਉਹ ਪਾਕਿਸਤਾਨ ਦੇ ਵਿੱਚ ਆਪਣੀਆਂ ਜਿਹੜੇ ਮੁਖਤਲਿਫ ਜਿਹੜੇ ਮੁਕੱਦਸ ਮਕਾਮਾਤ ਨੇ ਉਹਨਾਂ ਦਾ ਵਿਜ਼ਿਟ ਕਰਨ ਵਾਸਤੇ ਆਉਂਦੇ ਨੇ। ਅੱਜ ਤੋਂ मेरा ख्याल कुछ 7-8 साल ਪਹਿਲਾਂ ਇਸੇ ਤਰ੍ਹਾਂ ਹੀ ਕੁਝ ਸਿੱਖ ਯਾਤਰੀ ਆਏ ਸਨ ਉੱਥੋਂ ਪਾਕਿਸਤਾਨ ਦਾ ਵਿਜ਼ਿਟ ਕਰਨ ਵਾਸਤੇ। ਇੱਕ ਦੋ ਜਿਹੜੀਆਂ ਚੀਜ਼ਾਂ ਨੇ ਉਹ ਵੇਖ ਕੇ ਥੋੜ੍ਹਾ ਜਿਹਾ ਮੈਨੂੰ ਥੋੜ੍ਹੀ ਜਿਹੀ ਹੈਰਾਨਗੀ ਵੀ ਹੋਈ, ਕਿਉਂਕਿ ਅਸੀਂ ਜਿਹੜੇ ਲੋਕ ਹਾਂ, ਅਸੀਂ ਪਾਕਿਸਤਾਨੀ ਜਿਹੜੇ ਲਹਿੰਦੇ ਪੰਜਾਬ ਵਾਲੇ ਹਾਂ, ਉਹ ਸਿੱਖ ਮਜ਼ਹਬ ਦੇ ਬਾਰੇ 'ਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਬੁਨਿਆਦੀ ਤੌਰ 'ਤੇ, ਕਿਉਂਕਿ ਜਿਹੜੇ ਸਿੱਖ ਨੇ ਉਹ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਨੇ। ਪਾਕਿਸਤਾਨ ਦੇ ਵਿੱਚ ਤਾਂ ਬਹੁਤ ਘੱਟ ਜਿਹੜੇ ਸਿੱਖ ਮਜ਼ਹਬ ਨਾਲ ਤਲਕ ਵਾਲੇ ਲੋਕ ਨੇ ਉਹ ਰਹਿੰਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਚੜ੍ਹਦਾ ਪੰਜਾਬ ਹੈ ਉਧਰ ਹੋ ਸਕਦਾ ਉਹ ਮੁਸਲਮਾਨ ਰਹਿੰਦੇ ਹੋਣ ਜਾਂ ਬਹੁਤ ਥੋੜ੍ਹੇ ਰਹਿੰਦੇ ਹੋਣ। ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇੱਕ ਜਿਹੜਾ ਹੈ ਨਾ ਉਹ ਹੈ ਸਨ ਕੁਝ ਲੋਕ ਯਾਤਰੀ ਸਨ, ਅਤੇ ਇਸੇ ਤਰ੍ਹਾਂ ਹੀ ਉਹ ਪਾਕਿਸਤਾਨ ਦੇ ਵਿੱਚ ਆਏ। ਉਹਨਾਂ ਦੇ ਵਿੱਚ ਕੁਝ ਲੋਕ ਐਸੇ ਸਨ ਕਿ ਜਿਹੜੇ ਇੱਕ ਪਾਕਿਸਤਾਨੀ ਸੀ ਮੁਲਤਾਨ ਦੇ ਰਹਿਣ ਵਾਲਾ, ਉਹ ਮੇਰੀ ਸਲਾਮ ਦੁਆ ਵਾਲਾ ਸੀ, ਮੇਰਾ ਦੋਸਤ ਹੈਗਾ ਸੀ। ਉਹਨੇ ਮੈਨੂੰ ਦੱਸਿਆ ਕਿ ਮੈਂ ਲਾਹੌਰ ਆ ਰਿਹਾ ਵਾਂ ਅਤੇ ਇਸ ਤਰ੍ਹਾਂ ਜਿਹੜਾ ਨਾ ਉਹ ਮੇਰੇ ਪਿੰਡ ਦੇ ਉੱਤੋਂ ਇੰਡੀਆ ਦੇ ਵਿੱਚ ਕੋਈ ਉਹਨਾਂ ਦਾ ਪਿੰਡ ਸੀ, ਅਤੇ ਉਹਨੇ ਦੱਸਿਆ ਕਿ ਮੇਰੇ ਪਿੰਡ ਤੋਂ ਕੁਝ ਜਿਹੜੇ ਲੋਕ ਨੇ ਨਾ ਉਹ ਇੱਥੇ ਆ ਰਹੇ ਨੇ, ਲਾਹੌਰ ਆ ਰਹੇ ਨੇ ਯਾਤਰਾ ਕਰਨ ਵਾਸਤੇ, ਅਤੇ ਮੇਰੀ ਅਤੇ ਉਹਨਾਂ ਦੀ ਮੁਲਾਕਾਤ ਤੈਅ ਵੇ। ਅਤੇ ਮੈਂ ਵੀ ਉਹਨੂੰ ਦਾਵਤ ਦਿੱਤੀ ਉਹ ਮੁਲਤਾਨ ਵਾਲੇ ਦੋਸਤ ਨੂੰ ਕਿ ਤੁਸੀਂ ਇਸ ਤਰ੍ਹਾਂ ਕਰਨਾ ਕਿ ਅਗਰ ਤੁਸੀਂ ਲਾਹੌਰ ਆਓਗੇ ਨਾ ਤਾਂ ਮੈਨੂੰ ਮਿਲ ਕੇ ਜਾਣਾ, ਔਰ ਮੇਰੇ ਵੱਲੋਂ ਤੁਹਾਨੂੰ ਦਾਵਤ ਹੈ, ਮੇਰੇ ਨਾਲ ਮੁਲਾਕਾਤ ਤੁਸੀਂ ਕਰਕੇ ਜਾਣਾ। ਉਹਨੇ ਆਖਿਆ ਚਲੋ ਠੀਕ ਹੈ। ਜਿਸ ਵੇਲੇ ਜਿਹੜਾ ਉਹਨੇ ਮੈਨੂੰ ਟਾਈਮ ਦਿੱਤਾ ਸੀ ਮੈਂ ਉਸ ਟਾਈਮ 'ਤੇ ਚਲਾ ਗਿਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹ ਜਿਹੜਾ ਹੈਗਾ ਸ਼ਾਹੀ ਕਿਲ੍ਹਾ ਹੈ, ਨਾਲ ਜਿਹੜਾ ਰਾਜਾ ਰਣਜੀਤ ਸਿੰਘ ਉਹਦੀ ਉੱਥੇ ਮੜੀ ਹੈ, ਜਾਂ ਜਿਹੜਾ ਵੀ ਉਹ ਉਹਨਾਂ ਦਾ ਕੋਈ ਨਿਜ਼ਾਮ ਹੁੰਦਾ ਹੈ ਉੱਥੇ ਹੈਗਾ। ਇੱਥੇ ਉਹ ਜਿਹੜੇ ਸਿੱਖ ਲੋਕ ਨੇ ਉਹ ਆਉਂਦੇ ਨੇ, ਇੱਥੇ ਉਹਨਾਂ ਦਾ ਵੀ ਜਿਵੇਂ ਦੂਸਰੀਆਂ ਜਗ੍ਹਾ 'ਤੇ ਉਹਨਾਂ ਦਾ ਸਟੇ ਹੁੰਦਾ ਹੈ, ਹਸਨ ਅਬਦਾਲ ਜਾਂ ਨਨਕਾਣਾ ਸਾਹਿਬ, ਇਸੇ ਤਰ੍ਹਾਂ ਉਹ ਲਾਹੌਰ ਵੀ ਉਹ ਸਟੇ ਕਰਦੇ ਨੇ, ਸ਼ਾਇਦ 1-2 ਦਿਨ ਦਾ ਜਾਂ 3 ਦਿਨ ਦਾ। ਅਤੇ ਮੈਂ ਇੱਥੋਂ ਫਿਰ ਨਿਕਲ ਗਿਆ, 8-9 ਵਜੇ ਦਾ ਟਾਈਮ ਸੀ। ਮੈਂ ਨਿਕਲ ਗਿਆ ਇੱਥੋਂ, ਅਤੇ ਉੱਥੇ ਮੈਂ ਜਿਸ ਵੇਲੇ ਗਿਆ ਅਤੇ ਮੇਰਾ ਉਹਨਾਂ ਨਾਲ ਰਾਬਤਾ ਨਾ ਹੋ ਸਕਿਆ, ਕਿਉਂਕਿ ਜਿਹੜਾ ਅੰਦਰ ਵਾਲਾ ਹਿੱਸਾ ਹੈ ਨਾ ਉਹ ਕਿਸੇ ਵਜ੍ਹਾ ਤੋਂ ਨਾ ਉੱਥੇ ਫਿਰ ਜਿਹੜੇ ਮੋਬਾਇਲ ਦੇ ਸਿਗਨਲ ਸਨ ਨਾ ਉਹ ਨਹੀਂ ਸਨ ਆ ਰਹੇ। ਮੈਂ ਉੱਥੇ ਵੇਟ ਕਰਦਾ ਪਿਆ ਸਾਂ। ਜਿਹੜਾ ਲਾਰੀ ਅੱਡੇ ਵਾਲੀ ਸਾਈਡ ਹੈ ਨਾ, 2 ਦਰਵਾਜ਼ੇ ਨੇ ਨਾ, ਇੱਕ ਲਾਰੀ ਅੱਡੇ ਵਾਲੀ ਸਾਈਡ 'ਤੇ ਔਰ ਦੂਸਰਾ ਹੈਗਾ ਆਜ਼ਾਦੀ ਚੌਕ ਵਾਲੇ ਪਾਸੇ। ਮੈਂ ਉੱਥੇ ਇੰਤਜ਼ਾਰ ਉਹਦਾ ਕਰਦਾ ਪਿਆ ਸਾਂ, ਅਤੇ ਮੇਰੀ ਨਾ ਉੱਥੇ ਅਚਾਨਕ ਨਜ਼ਰ ਪਈ, ਅਤੇ ਉੱਥੇ ਇੱਕ ਸਾਡੇ ਕਿਸੇ ਗਰੁੱਪ ਦੇ ਵਿੱਚ ਨਾ ਕਿਸੇ ਬੰਦੇ ਦੇ ਨਾਲ ਮੇਰੀ ਸ਼ਨਾਸ਼ਾਹੀ ਸ਼ੁਰੂ ਹੋ ਗਈ। ਇੰਡੀਆ ਦਾ ਹੀ ਕਿਸੇ ਪਿੰਡ ਦਾ ਬੰਦਾ ਹੈਗਾ ਸੀ, ਅਤੇ ਤਸਵੀਰ ਉਹਦੀ ਮੈਂ ਗਰੁੱਪ ਦੇ ਵਿੱਚ ਵੇਖੀ ਸੀ। ਉਹ ਮੈਂ ਉਹਨੂੰ ਵੇਖਦਾ ਪਿਆ ਸਾਂ, ਅਤੇ ਮੇਰੀ ਉਹਦੀ ਨਜ਼ਰ, ਮੈਨੂੰ ਨਹੀਂ ਸੀ ਪਤਾ ਕਿ ਉਹ ਵੀ ਇੱਥੇ ਆਇਆ ਹੈ, ਅਤੇ ਮੇਰੀ ਨਜ਼ਰ ਪਈ ਨਾ, ਅਤੇ ਮੈਂ ਉਹਨੂੰ ਪਹਿਚਾਣ ਲਿਆ, ਅਤੇ ਮੈਂ ਉਹਦਾ ਨਾਂ ਲੈ ਕੇ ਉਹਨੂੰ ਆਵਾਜ਼ ਮਾਰੀ। ਅਤੇ ਜਿਸ ਵੇਲੇ ਆਵਾਜ਼ ਮਾਰੀ ਉਹਨੇ ਮੇਰੇ ਵੱਲ ਵੇਖਿਆ ਨਾ, ਅਤੇ ਉਹਨੇ ਵੀ ਮੈਨੂੰ ਪਹਿਚਾਣ ਲਿਆ ਕਿ ਇਹ ਜਿਹੜਾ ਨਾ ਸਾਡੇ ਗਰੁੱਪ ਦਾ ਕੋਈ ਬੰਦਾ ਹੈਗਾ, ਅਤੇ ਜਿਹਨਾਂ ਨਾਲ ਅਕਸਰ ਤੌਰ 'ਤੇ ਮੇਰੀ ਇਹਨਾਂ ਦੀ ਨਾ ਗੱਲਬਾਤ ਹੁੰਦੀ ਰਹਿੰਦੀ ਹੈ। ਵੈਸੇ ਮੈਨੂੰ ਨਹੀਂ ਸੀ ਪਤਾ ਕਿ ਉਹ ਵੀ ਪਾਕਿਸਤਾਨ ਦੇ ਵਿੱਚ ਆਇਆ ਜਾਂ ਆਪਣੇ ਜਿਹੜਾ ਕੋਈ ਯਾਤਰਾ ਉਹਨਾਂ ਦੀ ਇੱਥੇ ਆਈ ਉਹਦੇ ਨਾਲ ਉਹ ਆਇਆ। ਖੈਰ ਸਲਾਮ ਦੁਆ ਹੋਈ, ਮਿਲੇ ਗਿਲੇ, ਅਤੇ ਮੈਂ ਉਹਨੂੰ ਉਹ ਨਾ ਉਸ ਵੇਲੇ ਬਾਹਰ ਨਿਕਲਦੇ ਪਏ ਸਨ ਅੱਡੇ ਵਾਲੀ ਸਾਈਡ ਤੋਂ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣ ਡਏ ਹੋ, ਅਤੇ ਵਾਹਵਾ ਗਰੁੱਪ ਸਨ, 10-15 ਲੋਕ ਸਨ। ਅਤੇ ਉੱਥੇ ਇੱਕ ਹੋਰ ਬੰਦਾ ਵੀ ਮੈਨੂੰ ਮਿਲਿਆ, ਉਹ ਪਾਕਿਸਤਾਨੀ ਸੀ, ਅਤੇ ਉਹਨੇ ਮੈਨੂੰ ਜਿਸ ਵੇਲੇ ਸਾਨੂੰ ਮਿਲਦਿਆਂ ਵੇਖਿਆ ਨਾ, ਅਤੇ ਉਹ ਮੈਨੂੰ ਕਹਿੰਦਾ ਕਿ ਯਾਰ ਤੁਸੀਂ ਇੱਕ ਦੂਸਰੇ ਨੂੰ ਜਾਣਦੇ ਹੋ। ਮੈਂ ਕਿਹਾ ਆਹੋ, ਇਸ ਤਰ੍ਹਾਂ ਗਰੁੱਪ ਦੇ ਜ਼ਰੀਏ ਨਾ ਇਸ ਬੰਦੇ ਨਾਲ ਮੇਰੀ ਸਲਾਮ ਦਾ ਹੁੰਦੀ ਰਹੀ ਹੈ। ਉਹ ਬੰਦਾ ਕਹਿੰਦਾ ਕਿ ਯਾਰ ਇਹ ਜਿਹੜੇ ਲੋਕ ਨੇ ਨਾ ਇਹ ਸਾਡੇ ਪਿੱਛੋਂ ਕਿਤੇ ਪਿੰਡ ਦੇ ਨੇ, ਅਤੇ ਮੈਂ ਇਹਨਾਂ ਦੀ ਨਾ ਦਾਵਤ ਕੀਤੀ ਹੋਈ ਹੈ ਆਪਣੇ ਘਰ ਵਿੱਚ, ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਵੀ ਸਾਡੇ ਨਾਲ ਹੀ ਆ ਜਾਵੋ। ਉਹ ਖੈਰ ਮੈਂ ਵੀ ਗੱਡੀ ਉਹਨਾਂ ਦੇ ਨਾਲ ਹੀ ਆਪਣੀ ਮੋੜ ਲਈ, ਅਤੇ ਉਹਨਾਂ ਦੇ ਅਸੀਂ ਘਰ ਚਲੇ ਗਏ। ਨੇੜੇ ਹੀ ਹੈਗਾ ਸੀ ਉਹਨਾਂ ਦਾ ਘਰ, ਸ਼ਹਿਰ ਦੇ ਵਿੱਚ ਹੀ ਉਹਨਾਂ ਦਾ ਘਰ ਸੀ। ਅਸੀਂ ਉਹਦੇ ਘਰ ਚਲੇ ਗਏ। ਰਮਜ਼ਾਨ ਦਾ ਮਹੀਨਾ ਚੱਲਦਾ ਪਿਆ ਸੀ। ਉਹ ਸਾਰੇ ਜ਼ਾਹਰ ਮੁਸਲਮਾਨ ਦੇ ਜਿੰਨੇ ਹੁੰਦੇ ਨੇ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਸਾਰਿਆਂ ਨੇ ਰੋਜ਼ੇ ਰੱਖੇ ਹੁੰਦੇ ਨੇ, ਗਰਮੀ ਵੀ ਕਾਫੀ ਹੁੰਦੀ ਹੈ। ਖੈਰ ਅਸੀਂ ਉਹਨਾਂ ਦੇ ਘਰ ਗਏ,
ਤੇ ਉਹ 10-15 ਲੋਕ ਸਨ ਜਿਹੜੇ ਯਾਤਰਾ ਦੇ ਉੱਤੇ ਆਏ ਸਨ। ਉਹਨਾਂ ਨੇ ਬੜੀ ਖਿਦਮਤ ਸੇਵਾ ਕੀਤੀ, ਉਹਨਾਂ ਨੇ ਫਰੂਟ ਵਗੈਰਾ ਖਾਣਾ ਛਾਣਾ ਜੇ ਉਹ ਬਹੁਤ ਅੱਛਾ ਇੰਤਜ਼ਾਮ ਕੀਤਾ ਸੀ। ਤੇ ਉਹ ਕਿਉਂਕਿ ਉਹ ਜਿਹੜੇ ਘਰ ਵਾਲੇ ਸਨ, ਘਰ ਵਾਲੇ ਵੀ ਮੁਸਲਮਾਨ ਸਨ, ਜ਼ਾਹਰ ਹੈ ਅਸੀਂ ਵੀ ਜਿਹੜੇ ਹੈਗੇ ਸਨ, ਅਸੀਂ ਵੀ ਰਮਜ਼ਾਨ ਸ਼ਰੀਫ ਦੇ ਰੋਜ਼ੇ ਰੱਖੇ ਹੋਏ ਸਨ, ਉਹ ਸਾਰੇ ਘਰ ਵਾਲਿਆਂ ਨੇ ਵੀ ਰੋਜ਼ੇ ਰੱਖੇ ਸਨ। ਤੇ ਉਹ ਇਸਲਾਮ ਦਾ ਦੇ ਦਰਮਿਆਨ ਹੀ ਨਾ ਕੁਝ ਜ਼ਾਹਰ ਹੈ ਕੋਈ ਆਪਣੀ ਆਪਣੀ ਤਬੀਅਤ ਦੇ ਨਾਲ ਜਿਹੜੇ ਰਲਦੇ ਮਿਲਦੇ ਲੋਕ ਹੁੰਦੇ ਨੇ, ਉਹਨਾਂ ਨਾਲ ਫਿਰ ਬੰਦਾ ਬੈਠ ਕੇ ਗੱਪ ਸ਼ੱਪ ਮਾਰਦਾ। ਉਹ ਮੈਂ ਉਹ ਜਿਹੜਾ ਮੁੰਡਾ ਸੀ ਨਾ, ਉਹ ਸ਼ਾਇਦ ਮੇਰਾ ਖਿਆਲ ਕਰਨਜੀਤ ਸਿੰਘ ਨੱਤ ਉਹਦਾ ਨਾਂ ਸੀ, ਤੇ ਉਹਦੇ ਨਾਲ ਗਰੁੱਪ ਦੇ ਵਿੱਚ ਹੈਲੋ ਹਾਏ ਹੁੰਦੀ ਰਹਿੰਦੀ ਸੀ ਗਾਹੇ ਬਗਾਹੇ ਕਦੀ ਕਦੀ। ਤੇ ਉਹਦੇ ਨਾਲ ਜਿਹੜੇ 2-3 ਲੋਕ ਹੋਰ ਆਏ ਸਨ। ਇੱਕ ਖਾਤੂਨ ਸੀ, ਖਾਤੂਨ ਦੇ ਕੋਲੋਂ ਔਰ ਉਹਨਾਂ ਦਾ ਜਿਹੜਾ ਹਸਬੈਂਡ ਸੀ ਉਹਦੇ ਕੋਲੋਂ ਮੈਂ ਪੁੱਛਿਆ ਕਿ ਯਾਰ ਤੁਸੀਂ ਕਿਸ ਇਲਾਕੇ ਦੇ ਹੋ? ਉਹਨਾਂ ਨੇ ਆਖਿਆ ਕਿ ਅਸੀਂ ਬੰਬੇ ਤੋਂ ਆਏ ਹਾਂ, ਵੈਸੇ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਅੰਮ੍ਰਿਤਸਰ ਤੋਂ ਜਾਂ ਲਾਹੌਰ ਦੇ ਨਜ਼ਦੀਕ ਹੀ ਕੋਈ ਉਹਨਾਂ ਦਾ ਸ਼ਹਿਰ ਦੱਸਿਆ ਆਪਣੇ, ਜਾਂ ਪਿੰਡ ਸੀ ਜਾਂ ਸ਼ਹਿਰ ਸੀ, ਫਤਿਹਗੜ੍ਹ ਚੂੜੀਆਂ। ਉਹਨਾਂ ਨੇ ਆਖਿਆ ਕਿ ਅਸੀਂ ਨਾ ਇੱਥੇ ਵਾਘੇ ਬਾਰਡਰ ਦੇ ਨੇੜੇ ਹੀ ਕੋਈ ਪਿੰਡ ਹੈਗਾ ਫਤਿਹਗੜ੍ਹ ਚੂੜੀਆਂ, ਬੁਨਿਆਦੀ ਤੌਰ 'ਤੇ ਅਸੀਂ ਜੰਮਪਲ ਇੱਥੋਂ ਦੇ ਹਾਂ, ਇੱਥੋਂ ਦੇ ਰਹਿਣ ਵਾਲੇ ਹਾਂ। ਅਸੀਂ ਮੀਆਂ ਬੀਵੀਆਂ ਦੇ ਇਸ ਵੇਲੇ ਡਿਊਟੀ ਦੇ ਚੱਕਰ ਦੇ ਵਿੱਚ, ਡਿਊਟੀ ਵਾਸਤੇ ਨਾ ਅਸੀਂ ਇਸ ਵੇਲੇ ਜਿਹੜਾ ਨਾ ਉਹ ਅਸੀਂ ਬੰਬਈ ਦੇ ਵਿੱਚ ਰਹਿੰਦੇ ਹਾਂ। ਅੱਛਾ, ਉਹਦੇ ਵਿੱਚ ਖੈਰ ਕਾਫੀ ਉਹਨਾਂ ਨਾਲ 3-4 ਘੰਟੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ। ਮੁਖਤਲਿਫ ਮੌਜ਼ੂਆਤ ਨੇ ਜਿਹੜੇ ਉਹਨਾਂ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਅੱਛਾ, ਉਹਨਾਂ ਦੇ ਵਿੱਚ ਨਾ ਚੰਦ ਇੱਕ ਲੋਕ ਸਨ, ਬੜੇ ਵਡੇਰੀ ਉਮਰ ਦੇ ਹੋਣਗੇ, ਮੇਰਾ ਖਿਆਲ 60 70 ਸਾਲ ਉਹਨਾਂ ਦੀ ਉਮਰ ਹੋਏਗੀ। ਦਾੜੀਆਂ ਚਿੱਟੀਆਂ ਸਨ ਉਹਨਾਂ ਦੀਆਂ। ਤੇ ਉਹਨਾਂ ਨੇ ਨਾ ਇੱਕ ਅਜੀਬ ਜਿਹਾ ਮੁਤਾਲਬਾ ਕਰ ਦਿੱਤਾ। ਮੇਰਾ ਖਿਆਲ ਜਾਂ ਤਾਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੋਣਾ, ਤੇ ਜਾਂ ਪਤਾ ਵੀ ਹੈ ਸੀ ਤੇ ਜਾਂ ਉਹਨਾਂ ਨੇ ਇਸ ਚੀਜ਼ ਦਾ ਲਿਹਾਜ਼ ਨਹੀਂ ਕੀਤਾ। ਖਾਣਾ ਪੀਣਾ ਫਰੂਟ ਸ਼ਰੂਟ ਉਹ ਸਾਰਾ ਕੁਝ ਹੋ ਗਿਆ। ਤੇ ਉਹ ਬੰਦੇ ਨੇ ਮੁਤਾਲਬਾ ਕੀਤਾ ਕਿ ਯਾਰ 2-3 ਬੰਦੇ ਆਏ ਸਨ, ਉਹਨਾਂ ਨੇ ਵਿੱਚ ਮੁਤਾਲਬਾ ਕੀਤਾ ਕਿ ਯਾਰ ਸਾਨੂੰ ਕਿਤੋਂ ਇੱਥੋਂ ਸ਼ਰਾਬ ਨਾ ਮਿਲ ਜਾਏਗੀ। ਤੇ ਉਹ ਸਾਡੇ ਵਾਸਤੇ ਨਾ ਥੋੜ੍ਹਾ ਜਿਹਾ ਬੜੀ ਹੈਰਾਨਗੀ ਵਾਲੀ ਗੱਲ ਹੁੰਦੀ ਹੈ ਇਹੋ ਜਿਹੀ, ਕਿਉਂਕਿ ਪਾਕਿਸਤਾਨ ਜਿਹੜਾ ਹੈ ਨਾ, ਪੰਜਾਬ ਵੀ ਖਾਸ ਤੌਰ 'ਤੇ ਪੰਜਾਬ ਵੀ ਔਰ ਖਾਸ ਤੌਰ 'ਤੇ ਪਾਕਿਸਤਾਨ ਵੀ, ਪਾਕਿਸਤਾਨ ਦੇ ਵਿੱਚ ਜਿਹੜਾ ਨਾ ਉਹ ਲੋਕ ਸ਼ਰਾਬ ਨਹੀਂ ਪੀਂਦੇ। ਹੋ ਸਕਦਾ ਕਿ ਮਜ਼ਹਬੀ ਤੌਰ ਦੇ ਉੱਤੇ ਤਾਂ ਸਾਨੂੰ ਜਿਹੜਾ ਨਾ ਉਹ ਮਨ੍ਹਾ ਕੀਤੀ ਗਈ ਹੈ ਸ਼ਰਾਬ, ਕਿ ਸ਼ਰਾਬ ਹਰਾਮ ਚੀਜ਼ਾਂ ਦੇ ਵਿੱਚ ਸ਼ਾਮਲ ਹੈ। ਤੇ ਇਹ ਸ਼ਰਾਬ ਜਿਹੜਾ ਨਾ ਕਿਸੇ ਸੂਰਤ ਜਿਹੜਾ ਨਾ ਉਹ ਮੁਸਲਮਾਨ ਨਹੀਂ ਪੀਂਦੇ। ਇੱਕਾ ਦੁੱਕਾ ਕੋਈ ਚੋਰੀ ਛੁਪੇ 1-ਅੱਧਾ% ਜਿਹੜਾ ਨਾ ਉਹ ਸ਼ਾਇਦ ਕੋਈ ਪੀਂਦੇ ਪੁੰਦੇ ਹੋਣ। ਉਹ ਕਹਿੰਦਾ ਕਿ ਯਾਰ ਸਾਨੂੰ ਸ਼ਰਾਬ ਮਿਲ ਸਕਦੀ ਹੈ। ਉਹ ਉਹਨਾਂ ਨੂੰ ਮੈਂ ਸਮਝਾਇਆ, ਮੈਂ ਉਹਨਾਂ ਨੂੰ ਆਖਿਆ ਕਿ ਯਾਰ ਇਹ ਜਿਹੜੀ ਸੂਰਤ ਹਾਲ ਹੈ ਨਾ, ਸਾਡਾ ਜਿਹੜਾ ਮੁਲਕ ਹੈਗਾ ਨਾ, ਇੱਥੇ ਸ਼ਰਾਬ ਦੇ ਉੱਤੇ ਪਾਬੰਦੀ ਹੈ, ਕਿਉਂਕਿ ਮਜ਼ਹਬੀ ਤੌਰ 'ਤੇ ਵੀ ਪਾਬੰਦੀ ਹੈ ਔਰ ਗੌਰਮੈਂਟ ਤੌਰ 'ਤੇ ਵੀ ਇਹ ਜਿਹੜਾ ਨਾ ਪਾਬੰਦੀ ਹੈ। ਔਰ ਕੋਈ ਇੱਥੇ ਖੁਦਾ ਨਾ ਖਾਸਤਾ ਸ਼ਰਾਬ ਪੀਂਦਾ ਜਾਂ ਸ਼ਰਾਬ ਵੇਚਦਾ ਫੜਿਆ ਜਾਵੇ ਨਾ, ਤੇ ਜਿਹੜੀ ਇੱਥੋਂ ਦੀ ਪੰਜਾਬ ਦੀ ਪੁਲਿਸ ਹੈ ਨਾ, ਇਸ ਮਾਮਲੇ 'ਚ ਬੜੀ ਸਖਤ ਹੈ। ਮਾਰ ਕੇ ਤੇ ਹਰ ਸ਼ਹਿਰ ਲਾਲੋ ਲਾਲ ਕਰ ਦਿੰਦੀ ਹੈ, ਔਰ ਉਹ ਕਦੀ ਉਹ ਮਾफ़ ਨਹੀਂ ਕਰਦੀ। ਉਹਨਾਂ ਨੂੰ ਥੋੜ੍ਹੀ ਜਿਹੀ ਭਿਣਕ ਵੀ ਪੈ ਜਾਵੇ ਨਾ, ਤੇ ਉਹ ਇਸ ਚੀਜ਼ ਨੂੰ ਕਤਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ। ਤੇ ਖੈਰ ਉਹ ਸ਼ਾਇਦ ਮੇਰੀ ਸਮਝ ਜਿਹੜੀ ਮੇਰੀ ਗੱਲ ਆ ਜਿਹੜੀ ਉਹਨਾਂ ਦੀ ਸਮਝ ਦੇ ਵਿੱਚ ਨਾ ਆਈ। ਲੈ ਖੈਰ ਉਹਨਾਂ ਦਾ ਇੱਕੋ ਹੀ ਮੁਤਾਲਬਾ ਸੀ ਯਾਰ ਕਿਤੋਂ ਥੋੜ੍ਹੀ ਬਹੁਤੀ ਲੱਭ ਜਾਵੇ, ਕਿਤੇ ਮਾੜੀ ਮੋਟੀ ਲੱਭ ਜਾਵੇ, ਕਿਤੇ ਇਸ ਤਰ੍ਹਾਂ ਹੋ ਜਾਵੇ, ਕਿਤੇ ਇਸ ਤਰ੍ਹਾਂ ਹੋ ਜਾਵੇ। ਖੈਰ ਉਹ ਜਿਹੜਾ ਘਰ ਵਾਲਾ ਬੰਦਾ ਸੀ ਨਾ, ਉਹ ਝੂਠਾ ਸੱਚਾ, ਉਹਨੇ ਆਖਿਆ ਅੱਛਾ ਯਾਰ ਚੱਲ ਯਾਰ ਕੋਸ਼ਿਸ਼ ਕਰਦੇ ਹਾਂ। ਲੇਕਿਨ ਅਸਲ ਗੱਲ ਇਹ ਹੀ ਹੈਗੀ ਸੀ ਕਿ ਜਿਹੜਾ ਨਾ ਉਹ ਲੱਭਣੀ ਇੱਥੋਂ ਕਿਤੇ ਵੀ ਨਹੀਂ ਸੀ ਹੈਗੀ, ਐਵੇਂ ਹੀ ਉਹਦੇ ਦਿਲ ਦੀ ਤਸੱਲੀ ਦੇਣ ਵਾਲੀ ਗੱਲ ਸੀ। ਔਰ ਦੂਸਰਾ ਜਿਹੜਾ ਨਾ, ਦੂਸਰੀ ਜਿਹੜੀ ਗੱਲ ਮੈਂ ਜਿਹੜੀ ਮਹਿਸੂਸ ਕੀਤੀ ਨਾ, ਉਹ ਜਿਹੜਾ ਬੰਦੇ ਹੈਗੇ ਸਨ ਨਾ, ਉਹ ਕਹਿੰਦੇ ਸਨ ਕਿ ਯਾਰ ਤੁਹਾਡਾ ਜਿਹੜਾ ਘਰ ਹੈ ਨਾ, ਘਰ ਦੇ ਵਿੱਚ ਸਾਰੇ ਮਰਦ ਹੀ ਨੇ, ਤੁਹਾਡੀਆਂ ਖਵਾਤੀਨ ਕਿੱਥੇ ਹੈਗੀਆਂ ਨੇ? ਤੇ ਮੈਂ ਸਮਝਦਾ ਮੈਂ ਸ਼ਾਇਦ ਜਿਹੜਾ ਨਾ ਉਹ ਜਿਹੜਾ ਯਾਤਰਾ ਕਰਨ ਵਾਲੇ ਜਿਹੜੇ ਮਹਿਮਾਨ ਸਨ ਨਾ, ਸ਼ਾਇਦ ਉਹਨਾਂ ਨੂੰ ਵੀ ਇਹ ਚੀਜ਼ ਦਾ ਅੰਦਾਜ਼ਾ ਨਹੀਂ ਸੀ ਹੈਗਾ ਕਿ ਸਾਡੇ ਇੱਥੇ ਖਾਸ ਤੌਰ 'ਤੇ ਜਿਹੜਾ ਨਾ ਉਹ ਜਿਹੜੀਆਂ ਖਵਾਤੀਨ ਹੁੰਦੀਆਂ ਨੇ ਨਾ, ਉਹ ਇੱਕ ਪਰਦੇ ਦਾ ਅਹਿਤਮਾਮ ਕਰਦੀਆਂ ਨੇ, ਪਰਦੇ ਦਾ ਇੰਤਜ਼ਾਮ ਕਰਦੀਆਂ ਨੇ। ਜਿਹੜੇ ਤੁਹਾਡੇ ਆਪਣੇ ਰਿਸ਼ਤੇਦਾਰ ਨਹੀਂ ਹੁੰਦੇ, ਜਿਹੜੇ ਜਾਣੂ ਵਾਕਫ ਨਹੀਂ ਹੁੰਦੇ, ਉਹ ਇਸ ਤਰ੍ਹਾਂ ਜਿਹੜਾ ਨਾ ਉਹ ਕਿਸੇ ਦੇ ਨਾਲ ਮਿਲਣਾ ਜਿਹੜਾ ਨਾ, ਉਹ ਖਵਾਤੀਨ ਹੀ ਇਸ ਚੀਜ਼ ਨੂੰ ਮੁਨਾਸਿਬ ਨਹੀਂ ਸਮਝਦੀਆਂ। ਅਗਲੇ ਘਰ ਵਾਲੇ ਇਜਾਜ਼ਤ ਦੇਣ ਜਾਂ ਘਰ ਵਾਲੇ ਇਜਾਜ਼ਤ ਨਾ ਦੇਣ, ਉਸ ਤੋਂ ਇਲਾਵਾ ਵੀ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਨਾ ਖਾਸ ਤੌਰ 'ਤੇ, ਜਾਂ ਜਿਹੜੀਆਂ ਖਵਾਤੀਨ ਹੁੰਦੀਆਂ ਨੇ ਨਾ, ਉਹ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਨਾ ਉਹ ਇਜਤਨਾਬ ਕਰਦੀਆਂ ਨੇ।
ਔਰ ਉਹ ਵੀ ਫਿਰ ਉਹਨਾਂ ਨੂੰ ਫਿਰ ਮੈਂ ਸਮਝਾਇਆ ਅਲੱਗਾ ਤੋਂ। ਮੈਂ ਕਿਹਾ ਯਾਰ ਇੱਥੇ ਜਿਹੜਾ ਨਾ ਇੱਥੇ ਪਾਕਿਸਤਾਨ ਹੈ, ਪਾਕਿਸਤਾਨ ਦੇ ਵਿੱਚ ਸਿਸਟਮ ਹੋਰ ਹੈਗਾ। ਇਹ ਨਹੀਂ ਹੈਗਾ ਕਿ ਇੱਥੇ ਕੋਈ ਖਵਾਤੀਨ ਦੇ ਉੱਤੇ ਬਹੁਤ ਜ਼ਿਆਦਾ ਕੋਈ ਸਖਤ ਪਾਬੰਦੀ ਲੱਗੀ ਹੁੰਦੀ ਹੈ, ਲੇਕਿਨ ਬਾਈ ਨੇਚਰ ਸਾਡੀਆਂ ਜਿਹੜੀਆਂ ਖਵਾਤੀਨ ਹੁੰਦੀਆਂ ਨੇ ਉਹਨਾਂ ਦਾ ਇੱਕ ਆਪਣਾ ਇੱਕ ਸੁਭਾਅ ਹੁੰਦਾ ਹੈ, ਆਪਣਾ ਉਹਨਾਂ ਦਾ ਇੱਕ ਨਿਜ਼ਾਮ ਹੁੰਦਾ ਹੈ ਕਿ ਉਹ ਹਰ ਇੱਕ ਦੇ ਸਾਹਮਣੇ ਨਹੀਂ ਜਾਂਦੀਆਂ। ਉਹ ਖਵਾਤੀਨ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਇੱਕ ਘਰ ਦੇ ਸਾਰੇ ਕੰਮ ਕਰਦੀਆਂ ਨੇ, ਲੇਕਿਨ ਜਿਹੜੀ ਇਸ ਤਰ੍ਹਾਂ ਐਕਸਟਰਨਲ ਜਿਹੜੀ ਮਹਿਮਾਨ ਨਵਾਜ਼ੀ ਹੁੰਦੀ ਹੈ, ਜਿਹੜੇ ਬਾਹਰ ਤੋਂ ਮਹਿਮਾਨ ਆਏ ਹੁੰਦੇ ਨੇ, ਜਿਹੜੇ ਤੁਹਾਡੇ ਰਿਸ਼ਤੇਦਾਰ ਨਹੀਂ ਹੁੰਦੇ, ਜਿਹੜੀਆਂ ਖਵਾਤੀਨ ਹੁੰਦੀਆਂ ਨੇ, ਇਹਨਾਂ ਚੀਜ਼ਾਂ ਤੋਂ ਜਿਹੜੀਆਂ ਨਾ ਉਹ ਬਹੁਤ ਇਜਤਨਾਬ ਕਰਦੀਆਂ। ਇਹ ਦੋ ਚੀਜ਼ਾਂ ਜਿਹੜੀਆਂ ਨੇ ਮੈਂ ਨੋਟ ਕੀਤੀਆਂ ਕਿ ਜਿਹੜੇ ਚੜ੍ਹਦੇ ਪੰਜਾਬ ਤੋਂ ਉਹ ਲਹਿੰਦੇ ਪੰਜਾਬ ਦੇ ਵਿੱਚ ਯਾਤਰਾ ਕਰਨ ਵਾਸਤੇ ਆਉਂਦੇ ਨੇ, ਉਹ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਸ਼ਾਇਦ ਉਹਨਾਂ ਨੂੰ ਇਲਮ ਨਹੀਂ ਸੀ ਹੈਗਾ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਉਹ ਸ਼ਰਾਬ ਨੋਸ਼ੀ ਜਿਹੜੀ ਹੈ ਨਾ ਉਹਦੇ 'ਤੇ ਪਾਬੰਦੀ ਹੈ, ਸ਼ਰਾਬ ਪੀਣ 'ਤੇ, ਸ਼ਰਾਬ ਵੇਚਣ 'ਤੇ, ਸ਼ਰਾਬ ਬਣਾਉਣ 'ਤੇ। ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਅਗਰ ਕਿਸੇ ਨੂੰ ਪਤਾ ਲੱਗ ਜਾਵੇ, ਪੁਲਿਸ ਨੂੰ ਪਤਾ ਲੱਗ ਜਾਵੇ, ਤੇ ਫਿਰ ਉਹਦੇ ਖਿਲਾਫ ਸਖਤ ਐਕਸ਼ਨ ਲੈਂਦੇ ਨੇ ਔਰ ਐਡਾ ਭੈੜਾ ਐਕਸ਼ਨ ਲੈਂਦੇ ਨੇ ਕਿ ਸ਼ਾਇਦ ਉਹ ਦੁਬਾਰਾ ਫਿਰ ਬੰਦਾ ਤੌਬਾ ਕਰ ਲੈਂਦਾ ਕਿ ਨਾ ਮੈਂ ਸ਼ਰਾਬ ਬਣਾਉਣੀ ਹੈ, ਨਾ ਮੈਂ ਸ਼ਰਾਬ ਵੇਚਣੀ ਹੈ ਔਰ ਨਾ ਮੈਂ ਸ਼ਰਾਬ ਪੀਣੀ ਹੈ। ਔਰ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਜਿਸ ਮੁਲਕ ਦੇ ਵਿੱਚ ਗੋ ਕਿ ਸਾਡਾ ਔਰ ਚੜ੍ਹਦਾ ਜਿਹੜਾ ਪੰਜਾਬ ਹੈ, ਇਹਦੀ ਜ਼ੁਬਾਨ ਇੱਕ ਹੈ, ਇਹਦਾ ਕਲਚਰ ਇੱਕ ਹੈ, ਲੇਕਿਨ ਫਿਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਮਾਲੂਮਾਤ ਹੋਣੀ ਚਾਹੀਦੀ ਹੈ ਕਿ ਜਿਸ ਜਗ੍ਹਾ 'ਤੇ ਅਸੀਂ ਜਾ ਰਹੇ ਹਾਂ ਉਹਨਾਂ ਜਗ੍ਹਾ 'ਤੇ ਜਾ ਕੇ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਹੁਣ ਪਾਕਿਸਤਾਨੀ ਨੇ ਨਾ ਜਿਹੜੇ ਪਾਕਿਸਤਾਨੀ ਇੰਤਹਾਈ ਦਰਜੇ ਦੇ ਮਹਿਮਾਨ ਨਵਾਜ਼ ਨੇ। ਪਾਕਿਸਤਾਨੀ ਖਾਸ ਤੌਰ 'ਤੇ ਜਿਹੜੇ ਪੰਜਾਬ ਦੇ ਲੋਕ ਨੇ, ਵੈਸੇ ਤਾਂ ਪੂਰੇ ਪਾਕਿਸਤਾਨ ਦੇ ਲੋਕ ਹੀ ਇਸ ਤਰ੍ਹਾਂ ਨੇ, ਲੇਕਿਨ ਪੰਜਾਬ ਦੇ ਜਿਹੜੇ ਲੋਕ ਨੇ ਨਾ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਮਹਿਮਾਨ ਹੋਵੇ ਉਹ ਮੁਲਕੀ ਹੋਵੇ ਜਾਂ ਗੈਰ ਮੁਲਕੀ ਹੋਵੇ, ਉਹ ਜਿੰਨੀ ਵੀ ਕੋਸ਼ਿਸ਼ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦੇ ਨੇ। ਉਹ ਵੈਸੇ ਵੀ ਜਿਹੜੇ ਸਾਡੇ ਲੋਕ ਨੇ ਨਾ ਉਹ ਸਮਝਦੇ ਇਹ ਹੈਗੇ ਨੇ ਕਿ ਜਿਹੜੇ ਤੁਹਾਡੇ ਮਹਿਮਾਨ ਹੁੰਦੇ ਨੇ ਇਹ ਅੱਲਾ ਦੀ ਰਹਿਮਤ ਲੈ ਕੇ ਨਾਲ ਆਉਂਦੇ ਨੇ, ਰਹਿਮਤਾਂ ਲੈ ਕੇ ਆਉਂਦੇ ਨੇ, ਜ਼ਹਿਮਤਾਂ ਲੈ ਕੇ ਜਾਂਦੇ ਨੇ। ਔਰ ਇਹਨਾਂ ਦੀ ਜਿੰਨੀ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਉਹ ਖਿਦਮਤ ਹੋ ਸਕੇ ਉਹ ਕਰਨੀ ਚਾਹੀਦੀ ਹੈ। ਮਜ਼ਹਬੀ ਤੌਰ ਦੇ ਉੱਤੇ ਮੈਨੂੰ ਨਹੀਂ ਪਤਾ ਕਿ ਜਿਹੜਾ ਸਿੱਖ ਮਜ਼ਹਬ ਹੈ, ਸਿੱਖ ਮਜ਼ਹਬ ਦੇ ਵਿੱਚ ਸ਼ਰਾਬ ਹਰਾਮ ਹੈ ਜਾਂ ਹਲਾਲ ਹੈ, ਉਹਨਾਂ ਵਾਸਤੇ ਪੀਣੀ ਜਾਇਜ਼ ਹੈ ਜਾਂ ਨਜਾਇਜ਼ ਹੈ, ਜਾਂ ਜਿਵੇਂ ਅਸੀਂ ਉਹਨੂੰ ਨਾਪਾਕ ਸਮਝਦੇ ਹਾਂ, ਜਿਵੇਂ ਉਹਨੂੰ ਪਲੀਤ ਸਮਝਦੇ ਹਾਂ, ਜਿਵੇਂ ਉਹਨੂੰ ਹਰਾਮ ਸਮਝਦੇ ਹਾਂ, ਉਹ ਇਹਦੇ ਬਾਰੇ 'ਚ ਉਹਨਾਂ ਦਾ ਮਜ਼ਹਬ ਇਹ ਚੀਜ਼ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ ਦਿੰਦਾ, ਕਿਉਂਕਿ ਸਾਨੂੰ ਸਿੱਖ ਮਜ਼ਹਬ ਦੇ ਬਾਰੇ ਦੇ ਵਿੱਚ ਜ਼ਿਆਦਾ ਇਲਮ ਨਹੀਂ ਹੈਗਾ, ਇਸ ਵਾਸਤੇ ਅਸੀਂ ਇਹਦੇ ਉੱਤੇ ਕਮੈਂਟਸ ਨਹੀਂ ਕਰਦੇ। ਲੇਕਿਨ ਜਿਹੜੀਆਂ ਚੀਜ਼ਾਂ ਮੈਨੂੰ ਇੱਕ ਦੋ ਅਜੀਬ ਲੱਗੀਆਂ ਸਨ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ ਵਾਂ ਕਿ ਹੋ ਸਕਦਾ ਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਜਿਸ ਤਰੀਕੇ ਨਾਲ ਸਾਡੇ ਮੁਲਕ ਦੇ ਵਿੱਚ ਆਮ ਤੌਰ 'ਤੇ ਸ਼ਰਾਬ ਲੱਭ ਜਾਂਦੀ ਹੈ, ਪਾਕਿਸਤਾਨ ਦੇ ਵਿੱਚ ਵੀ ਆਮ ਲੱਭਦੀ ਹੋਵੇ, ਲੇਕਿਨ ਆਪਣੀ ਵੀਡੀਓ ਜਿਹੜਾ ਮੇਰਾ ਪੈਗਾਮ ਹੈ, ਮੈਂ ਇਹਦੇ ਜ਼ਰੀਏ ਜਿਹੜਾ ਨਾ ਜਿਹੜੇ ਮੁਖਤਲਿਫ ਸਾਡੇ ਲੋਕ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਵਿੱਚ ਤਸ਼ਰੀਫ ਲੈ ਕੇ ਆਉਂਦੇ ਨੇ ਸਾਡੇ ਸਿਰ ਮੱਥੇ 'ਤੇ, ਲੇਕਿਨ ਜਿਹੜੀਆਂ ਚੀਜ਼ਾਂ ਦਾ ਜਿਹੜਾ ਤੁਹਾਡੇ ਇਲਮ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਕਿਸ ਚੀਜ਼ ਦਾ ਅਸੀਂ ਮੁਤਾਲਬਾ ਕਰਨਾ ਹੈ ਆਪਣੇ ਮੇਜ਼ਬਾਨ ਦੇ ਨਾਲ ਔਰ ਕਿਹਨਾਂ ਚੀਜ਼ਾਂ ਤੋਂ ਅਸੀਂ ਇਜਤਨਾਬ ਕਰਨਾ ਹੈ। ਬਾਅਦ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਤੁਹਾਡਾ ਮੇਜ਼ਬਾਨ ਹੁੰਦਾ ਹੈ ਉਹਨੂੰ ਫਿਰ ਇਸ ਚੀਜ਼ ਦਾ ਮਨਖ ਰਹਿ ਜਾਂਦਾ ਕਿ ਯਾਰ ਉਹ ਫਲਾਨੀ ਜਿਹੜੀ ਚੀਜ਼ ਹੈ ਮੈਂ ਉਹਨਾਂ ਦੇ ਅੱਗੇ ਜਿਹੜਾ ਨਾ ਉਹ ਪੇਸ਼ ਨਹੀਂ ਕਰ ਸਕਿਆ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਵਾਂ, ਸਾਡਾ ਇੱਥੇ ਇੱਕ ਪਾਕਿਸਤਾਨੀ ਸੀ, ਕੋਈ ਮੇਰੇ ਸਲਾਮ ਦੁਆ ਵਾਲਾ ਸੀ, ਉਹਨੇ ਮੈਨੂੰ ਦੱਸਿਆ ਕਿ ਮੈਂ ਇੰਡੀਆ ਗਿਆ ਵਾਂ ਅਤੇ ਜਿਸ ਬੰਦੇ ਦੇ ਕੋਲ ਮੈਂ ਗਿਆ ਵਾਂ ਉਹਨੇ ਮੇਰੇ ਵਾਸਤੇ ਸਪੈਸ਼ਲ ਸ਼ਰਾਬ ਦਾ ਅਹਿਤਮਾਮ ਕੀਤਾ, ਆਲਾ ਕਿਸਮ ਦੀ ਆਲਾ ਕੁਆਲਿਟੀ ਸ਼ਰਾਬ ਦਾ ਅਹਿਤਮਾਮ ਕੀਤਾ। ਲੇਕਿਨ ਉਹ ਜਿਸ ਵੇਲੇ ਮੇਰੇ ਵਾਸਤੇ ਲੈ ਕੇ ਆਇਆ ਨਾ, ਤਾਂ ਮੈਂ ਉਹਨੂੰ ਆਖਿਆ ਨਹੀਂ ਯਾਰ ਸਾਡੇ ਮਜ਼ਹਬ ਦੇ ਵਿੱਚ ਸ਼ਰਾਬ ਜਾਇਜ਼ ਨਹੀਂ ਹੈਗੀ ਔਰ ਮੈਂ ਐਜ਼ ਏ ਮੁਸਲਿਮ ਸ਼ਰਾਬ ਨਹੀਂ ਪੀਂਦਾ। ਉਹ ਕਹਿੰਦਾ ਯਾਰ ਮੈਂ ਤਾਂ ਬੜੀ ਦੂਰੋਂ ਔਰ ਬੜੀ ਸਪੈਸ਼ਲ ਕਿਸਮ ਦੀ ਸ਼ਰਾਬ ਤੇਰੇ ਵਾਸਤੇ ਲੈ ਕੇ ਆਇਆ ਵਾਂ, ਬੜੀ ਆਲਾ ਦਰਜੇ ਦੀ ਲੈ ਕੇ ਆਇਆ ਵਾਂ ਔਰ ਮੈਂ ਤੇਰੀ ਮਹਿਮਾਨ ਨਵਾਜ਼ੀ ਰਾਤ। ਉਹਨੇ ਕਿਹਾ ਯਾਰ ਬਿਲਕੁਲ ਤੇਰੀਆਂ ਸਾਰੀਆਂ ਹੀ ਗੱਲਾਂ ਠੀਕ ਨੇ, ਲੇਕਿਨ ਐਜ਼ ਏ ਮੁਸਲਿਮ ਮੈਂ ਸ਼ਰਾਬ ਪੀਂਦਾ ਹੀ ਨਹੀਂ ਹੈਗਾ ਔਰ ਅੱਜ ਤੱਕ ਮੈਂ ਪੀਤੀ ਹੀ ਨਹੀਂ ਹੈਗੀ। ਯਾਨੀ ਕਿ ਇਹ ਜਿਹੜੀਆਂ ਛੋਟੀਆਂ ਗੱਲਾਂ ਨੇ ਨਾ, ਕਿਉਂਕਿ ਇੱਧਰੋਂ ਲੋਕ ਉੱਧਰ ਵੀ ਜਾਂਦੇ ਨੇ, ਹੁਣ ਤਾਂ ਕਾਫੀ ਅਰਸੇ ਤੋਂ ਨਹੀਂ ਗਏ, ਉੱਧਰੋਂ ਲੋਕ ਜਿਹੜੇ ਨੇ ਉਹ ਇੱਧਰ ਤੇ ਜਿਹੜੇ ਨੇ ਉਹ ਕਾਫੀ ਲੋਕ ਆਉਂਦੇ ਨੇ। ਇਹ ਛੋਟੀਆਂ ਜਿਹੜੀਆਂ ਗੱਲਾਂ ਨੇ ਮੇਰੇ ਖਿਆਲ ਇੱਕ ਦੂਸਰੇ ਦੇ ਨੌਲੇਜ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਕਿ ਅਸੀਂ ਦੂਸਰੇ ਮੁਲਕ ਦੇ ਵਿੱਚ ਜਾਣਾ ਹੈ, ਕਿਹੜੀ ਚੀਜ਼ ਦਾ ਖਿਆਲ ਰੱਖਣਾ ਹੈ। ਐਵੇਂ ਗੱਲਬਾਤ ਕਰਦੇ ਹਾਂ, ਵੀਡੀਓ ਥੋੜ੍ਹੀ ਜਿਹੀ ਲੰਮੀ ਹੋ ਗਈ ਹੈ, ਫਿਰ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਮੈਂ ਦੁਬਾਰਾ ਫਿਰ
ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗਾ। ਮੇਰੀ ਗੱਲਬਾਤ ਅਗਰ ਤੁਸੀਂ ਸੁਣੀ, ਇਹਦੇ ਉੱਤੇ ਅਗਰ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ, ਵੀਡੀਓ ਦੇ ਵਿੱਚ ਆਪਣੇ ਕਮੈਂਟਸ ਦੇ ਜ਼ਰੀਏ ਤੁਸੀਂ ਮੇਰੇ ਨਾਲ ਸਵਾਲ ਵੀ ਕਰ ਸਕਦੇ ਹੋ। ਇਜਾਜ਼ਤ ਦਿਓ, ਨਵੀਂ ਵੀਡੀਓ ਨਾਲ ਫਿਰ ਮੈਂ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗਾ। अस्सलाम वालेकुम।